ਜੰਮੂ ਸਿਟੀ ਨੂੰ ਮੰਦਰਾਂ ਦਾ ਸ਼ਹਿਰ ਜਿਹੜਾ ਉਹ ਕਿਹਾ ਜਾਂਦਾ ਸੀ, ਪਰ ਅੱਜ ਹਾਲਾਤ ਇਹੋ ਜਿਹੇ ਜੰਮੂ 'ਚ ਆ ਗਏ ਨੇ ਕਿ ਜੰਮੂ ਸ਼ਹਿਰ ਨੂੰ ਮੈਂ ਨਹੀਂ ਕਹਿ ਕਰਦੀ, ਲੋਕ ਜੰਮੂ ਦੇ ਕਹਿੰਦੇ ਨੇ ਕਿ ਜੰਮੂ ਸ਼ਹਿਰ ਜਿਹੜਾ ਹੈ ਉਹ ਪ੍ਰੋਟੈਸਟਾਂ ਦਾ ਸ਼ਹਿਰ ਹੋ ਗਿਆ। ਤੇ ਹੁਣ ਜਿਸ ਤਰੀਕੇ ਦੇ ਹਾਲਾਤ ਯੁਵਾ ਦੇ ਨਾਲ ਚੱਲਦੇ ਪਏ ਨੇ, ਆ ਸ਼ਹਿਰ ਮੈਨੂੰ ਲੱਗਦਾ ਹੈ ਇਹਨਾਂ ਨਾਂ ਜਿਹੜਾ ਹੈ ਉਹ ਬਦਲ ਕੇ ਪ੍ਰੋਟੈਸਟਾਂ ਦੇ ਸ਼ਹਿਰ ਤੋਂ ਸਕੈਮਾਂ ਦਾ ਜਿਹੜਾ ਸ਼ਹਿਰ ਹੈ ਉਹ ਕਰ ਦੇਣਾ ਚਾਹੀਦਾ ਹੈ। ਕਿਉਂ? ਤੁਸੀਂ ਆਪ ਹੀ ਹਿਸਾਬ ਲਾ ਲਓ, ਪਹਿਲੇ ਸਬ ਇੰਸਪੈਕਟਰ ਦਾ ਐਗਜ਼ਾਮ ਹੋਇਆ, ਉਸ ਤੋਂ ਬਾਅਦ ਫਾ ਦੇ ਜਿਹੜੇ ਬੱਚੇ ਸੀ, ਤੁਸੀਂ ਆਪ ਤੁਹਾਨੂੰ ਸਾਰੀ ਪਤਾ ਹੈ ਕਿ ਇਸ ਵੇਲੇ ਮਾਹੌਲ ਜਿਹੜਾ ਹੈ ਉਹ ਜੰਮੂ 'ਚ ਕੀ ਚੱਲਦਾ ਪਿਆ। ਪ੍ਰੋਸੀਕਿਊਟਿੰਗ ਆਫਿਸਰ ਦਾ ਜਿਹੜਾ ਹੈ ਉਹ ਇਸ ਸਾਲ ਪੇਪਰ ਹੋਇਆ, ਉਸ ਤੋਂ ਬਾਅਦ ਰਿਜ਼ਲਟ ਨਿਕਲਿਆ। ਅਸੀਂ ਪਹਿਲਾਂ ਵੀ ਇਹਦੀ ਵੀਡੀਓ ਕੀਤੀ ਸੀ ਜਿਹਦੇ ਵਿੱਚ ਇਹਨਾਂ ਨੇ ਇੱਕ ਸਵਾਲ ਚੁੱਕਿਆ ਸੀ ਕਿ ਜਿਸ ਵੇਲੇ ਤੁਸੀਂ ਪੇਪਰ ਸੈੱਟ ਕੀਤਾ, ਇੱਕ ਪਾਰਟਿਕੂਲਰ ਜਿਹੜੀ ਸਾਈਟ ਹੈ ਉਸ ਤੋਂ ਕੁਐਸਚਨਸ ਜਿਹੜੇ ਨੇ ਉਹ ਆਏ। ਉਹਦੇ ਬਾਅਦ ਕੁਝ ਬੱਚਿਆਂ ਨੂੰ ਪਤਾ ਵੀ ਸੀ ਕਿ ਉसी ਸਾਈਟ ਤੋਂ ਪੇਪਰ ਆਏ ਕਰਦੇ ਤੇ ਬੱਚਿਆਂ ਨੇ ਪ੍ਰਿਪੇਅਰ ਵੀ ਉਸ ਤਰੀਕੇ ਨਾਲ ਕੀਤਾ। ਫਿਲਹਾਲ ਜਿਹੜਾ ਮਾਮਲਾ ਹੈ ਉਹ ਕੋਰਟ 'ਚ ਪੁੱਜ ਗਿਆ ਹੈ, ਪਰ ਇੰਟਰਵਿਊ ਦੀ ਜਿਹੜੀ ਡੇਟ ਹੈ ਉਹ ਆਊਟ ਹੋ ਗਈ ਹੈ। ਇਸ ਬਾਰੇ ਗੱਲ ਕਰਨ ਲਈ ਮੇਰੇ ਨਾਲ ਐਡਵੋਕੇਟ ਸਕਸ਼ਮ ਜਿਹੜੇ ਨੇ ਉਹ ਮੌਜੂਦ ਨੇ, ਇਹਦੇ ਨਾਲ ਗੱਲਬਾਤ ਕਰਾਂਗੇ। ਮੈਨੂੰ ਦੱਸੋ, ਪਿਛਲੀ ਵਾਰ ਜਦੋਂ ਤੁਹਾਡੇ ਨਾਲ ਗੱਲ ਹੋਈ ਸੀ ਤੁਸੀਂ ਕਿਹਾ ਸੀ ਕਿ ਜੇ ਸਾਡਾ ਮਸਲਾ JKPSC ਨਹੀਂ ਸੌਰਟ ਕਰਦਾ ਤੇ ਅਸੀਂ ਕੋਰਟ ਜਾਵਾਂਗੇ। ਹੁਣ ਤੁਹਾਡਾ ਜਿਹੜਾ ਮਾਮਲਾ ਹੈ ਉਹ ਸਬ ਜੁਡਾਈਸ ਹੈ, ਕੋਰਟ ਵਿੱਚ ਪੁੱਜ ਗਿਆ ਹੈ ਤੇ ਇੰਟਰਵਿਊ ਦੀ ਜਿਹੜੀ ਡੇਟ ਹੈ ਉਹ ਵੀ ਆ ਗਈ ਹੈ। देखो पहली गल तो यह है कि सब जुडाइस है ही हूँ जोड़ा यह नवी जी चीज़ आई ना साड़ी अज मैं तुम्हें मैं अगे एक्सप्लेन कराँगा, ठीक है। और जी नवी चीज़ आई रिजल्ट के बाद वो जी है वो कोर्ट च नहीं गई, वो मैं पब्लिक डोमेन च लिया चाहना। की होया कि इन्हों ने जोड़े प्री जोड़े बच्चे जो मेनस सिलेक्ट होए ही ना, ठीक है, जोड़े प्री मेनस सिलेक्ट होए ही ना, उनकी अगर तुम सीरीज़ बनाओगे ना, इतने मैं पूरे पेज लिया पेज देख लो, ਉਹਦੀ ਸੀਰੀਜ਼ ਬਣੀ ਦੀ ਹੈ ਮੇਰੇ ਕੋਲ। ਉਹ ਬੱਚੇ ਜਿਹੜੇ ਆ ਇੰਟਰਵਿਊ 'ਚ ਜਿਹੜੇ ਆ ਸਿਲੈਕਟ ਹੋਏ ਕਰਦੇ ਸਿੱਧੇ ਕਾਪੀ ਪੇਸਟ ਹੋਏ ਕਰਦਾ। ਇਹਦੇ ਵਿੱਚ ਇਹ ਕੋਈ 50 ਜਾਂ 55 ਬੱਚੇ ਨੇ, ਠੀਕ ਹੈ। ਇਹ ਜਿਹੜੇ ਬੱਚੇ ਆ ਨਾ ਇਹਦੀ ਦੇਖੋ ਸਿੱਧੀ ਸੀਰੀਜ਼ ਆਏ ਕਰਦੀ ਹੈ, ਠੀਕ ਹੈ। ਇਹ ਮੈਂ ਮਾਰਕ ਵੀ ਕੀਤੀ ਦੀ ਹੈ, ਇਹਨਾਂ ਦੀ ਸਿੱਧੀ ਸੀਰੀਜ਼ ਐਸਾ ਕੰਪੀਟੀਟਿਵ। ਉਹ ਬੱਚੇ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਪਾਰਟਿਕੂਲਰ ਸਾਈਟ ਤੋਂ ਕੁਐਸਚਨਸ ਆਏ ਕਰਦੇ ਨੇ। ਹੋ ਸਕਦਾ ਹੈ ਅਗਰ ਇਨਕੁਆਇਰੀ ਹੋਏਗੀ ਤਾਂ ਹੋ ਸਕਦਾ ਹੈ। ਅਸੀਂ ਤਾਂ ਕਹੇ ਨਹੀਂ ਕਰਦੇ ਕਿ ਉਹੇ ਬੱਚੇ ਥੇ, ਅਸੀਂ ਕਹਿੰਦੇ ਪਿਆ ਲੈਟ ਦਾ ਫੇਅਰ ਇਨਕੁਆਇਰੀ ਸ਼ੁੱਡ ਬੀ ਮੇਡ। ਅਸੀਂ ਸਿੱਧੀ ਗੱਲ ਕਹੇ ਕਰਨੇ ਆ। ਜਿੰਜ ਕੀ ਹੋਇਆ ਕਿ ਜਿੰਜ ਅਸੀਂ ਪਿਛਲੇ ਐਗਜ਼ਾਮਾਂ 'ਚ ਦੇਖਿਆ SI ਦੇ ਵਿੱਚ ਕੋਈ 4 ਬੱਚੇ ਇੱਕੋ ਘਰ ਦੇ ਆਏ ਦੇ ਸੀ, ਬਾਅਦ ਜੋ ਇਨਕੁਆਇਰੀ ਹੋਈ ਤਾਂ ਪਤਾ ਲੱਗਾ ਕਿ ਇਹ ਜਿਹੜੀ ਦੇ ਆਰ ਬਿਹਾਈਂਡ ਦਾ ਕਰਟਨ, ਦੇ ਆਰ ਦਾ ਕਲਪ੍ਰਿਟਸ, ਠੀਕ ਹੈ। ਇਨਕੁਆਇਰੀ ਹੋਣੀ ਚਾਹੀਦੀ ਹੈ, ਫੇਅਰ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਇਹ ਬੱਚੇ ਇਹ ਐਡੀ ਸੀਰੀਜ਼ ਇਹ ਦੇਖੋ 119 ਤੋਂ ਲੈ ਕੇ 127 ਤੱਕ ਜਿਹੜੇ ਰੋਲ ਨੰਬਰ ਨੇ ਸਿੱਧੀ ਸੀਰੀਜ਼ ਆ ਗਈ ਦੀ ਹੈ। क्या PSC ने रिजल्ट ने कॉपी पेस्ट किया या चैकिंग की है, कोई समझ नहीं लगी। और ये अलावा जोड़े बच्चे ना, ये अलावा जोड़े बच्चे ना अगर 100 बच्चा लोगे ना वो 4 या 5 कोई सिलेक्ट होए करते हैं, बट ए जोड़े 50 बच्चों का जोड़ा ना जोड़े ਉਹਦੇ ਵਿੱਚ ਸੀਰੀਜ਼ ਬਣੇ ਕਰਦੀ ਹੈ। ਇਹ ਹੂ ਬਹੂ ਜਿਹੜਾ ਨਾ ਪ੍ਰੀਲਿਮ ਦੇ ਵਿੱਚ ਜਿਹੜੇ ਹੋਏ ਪ੍ਰੀਲਿਮ ਤੋਂ ਮੇਨਸ ਸਿਲੈਕਟ ਹੋਈ ਨਾ, ਹੂ ਬਹੂ 100% ਉਂਝੀ ਹੈ ਇਹਦਾ ਸਿਸਟਮ। ਐਸਾ ਕਿ ਇਤਫਾਕ ਹੋ ਸਕਦਾ, ਇੱਕ ਸੀਰੀਜ਼ ਦਾ ਇਤਫਾਕ ਹੋ ਸਕਦਾ, 2 ਸੀਰੀਜ਼ ਦਾ ਇਤਫਾਕ ਹੋ ਸਕਦਾ ਹੈ। ਇਹ ਕਿੰਨੀਆਂ ਸੀਰੀਜ਼ਾਂ ਬਣੇ ਕਰਦੀਆਂ। ਆਹ ਲਿਸਟਾਂ ਤੁਸੀਂ JKPSC ਕੋਲ ਲੈ ਕੇ ਗਈ ਸੀ? ਹਾਲੇ JKPSC ਦੇ ਕੋਲ ਅਸੀਂ ਨਹੀਂ ਗਏ क्योंकि मैटर साढ़ा एक तो सब जुडाइस है, तो JKPSC को असी इन्नी उम्मीद भी नहीं रखते। अगर JKPSC को ऑलरेडी रिप्रेजेंटेशंस फाइल हुई दी, उन्होंने उन्होंने भी अजे कुछ डिस्पोज ऑफ या कुछ रिप्लाई अजे भी नहीं आया। तो JKPSC रिजल्ट तो पहले ही इंडिविजुअली और ग्रुप विच उन्होंने अगे फाइल की दी है। चेयरमैन साहब नूं असी खुद दे के आए सी, खुद उन्होंने बोले थे तुसीं रिटन विच दे दो असी देख लांगे, बट उन्होंने उसनूं मतलब हल किते दे बिना ही उन्होंने रिजल्ट कढ़ दिता है। एक और चीज़ मैं इंटरस्टिंग लियाना, एक मेन्स दे रिजल्ट वास्ते 7 महीने लगाते हैं मैडम जी, ਤੇ ਇੰਟਰਵਿਊ 10 ਦਿਨ ਦੇ ਬਾਅਦ। ਇਹ ਕੀ ਚੱਕਰ ਹੈ ਇੰਨੀ ਜਲਦੀ ਇਹਨਾਂ ਨੂੰ ਕੀ ਪੈ ਗਈ ਹੁਣ? ਜਿਸ ਵੇਲੇ ਤੁਹਾਡਾ ਮੈਟਰ ਸਬ ਜੁਡਾਈਸ ਹੋ ਗਿਆ, ਕੋਰਟ ਵਿੱਚ ਪਹੁੰਚ ਗਿਆ, ਤੇ ਫਿਰ ਇੰਟਰਵਿਊ ਦੀ ਜਿਹੜੀ ਕਾਲ ਹੈ ਉਹ ਕਿਸ ਤਰ੍ਹਾਂ ਦੇ ਦਿੱਤੀ? ਉਹੀ ਤਾਂ ਮੈਂ ਪੁੱਛੇ ਕਰਨਾ ਕਿ ਅਗਰ ਦੇ ਆਰ ਦਾ ਕਲੀਨ ਤੇ ਆਪਣੇ ਆਪ ਨੂੰ ਕੋਰਟ 'ਚ ਕਲੀਨ ਪੇਸ਼ ਕਰਨ ਨਾ ਪਹਿਲੇ, ਠੀਕ ਹੈ। ਤੇ ਇੰਨੀ ਜਲਦੀ ਕੀ ਹੋ ਗਈ ਕਿ ਇਹਨਾਂ ਨੇ ਇੰਟਰਵਿਊ ਦੀ ਕਾਲ 10 ਜਾਂ 15 ਦਿਨ 'ਚ ਦੇ ਛੜੀ। ਹੁਣ एक जो मेन्स रिजल्ट निकालना ने 7 महीने लगा छड़े, इन्ना देर क्यों लगाया? एक तरफ कहते कि ਅਸੀਂ UPSC ਨੂੰ पैटर्न फॉलो करने, UPSC ਦੇ 2 ਤੇ 3 ਮਹੀਨੇ लगते हैं, ਇੱਥੇ ਤੇ 7 ਮਹੀਨੇ लगे करते हैं। तो फिर UPSC ਤੇ ਫਿਰ ਤੂੰ ਜਿਹੜੀ ਉਸ ਸਭ ਦੇ ਚਲਦੇ UPSC ਮਹੀਨਾ ਦੇ ਦਿੰਦੀ ਹੈ, ਮਹੀਨਾ 2 ਮਹੀਨੇ ਦਿੰਦੀ ਹੈ ਇੰਟਰਵਿਊ ਨੂੰ, ਇਹਨਾਂ ਨੇ 10-15 दिन भी नहीं ਦਿੱਤੇ। ਇੰਨੀ ਜਲਦੀ इतना कोई कैंडिडेट्स नहीं सी कि लाइक 4000 5000 कि इतना टाइम लग जाए। 900 समथिंग कुछ कैंडिडेट सी जिन्हां दे मेन्स एग्जाम ਜਿਹੜੇ ਚੈਕਿੰਗ ਵਾਸਤੇ मतलब ਉਹਨਾਂ ਕੋਲ ਸੀ। ਹਾਂਜੀ, ਤੇ ਫਿਰ ਇਤਨਾ टाइम 7 मंथ्स मतलब क्यों? अगर तुसी उसनूं 7 मंथ लगाए, फिर जो नैक्सट फाइनल प्रोसीजर है उहदे विच इन्नी जल्दी क्यों है? हाँ 10-12 दिन सिर्फ। why there is a urgency in मतलब ਉਹਨੂੰ ਰਿਜ਼ਲਟ ਨੂੰ ਕਲਮੀਨੇਟ करने वास्ते इन्नी urgency क्यों है?
ਮੈਨੂੰ ਇਹ ਸਵਾਲ ਤੁਸੀਂ JKPSC ਤੋਂ ਪੁੱਛੇ ਕਰਦੇ ਹੋ ਕਿ ਆ ਜਿਹੜੇ ਬੱਚਿਆਂ ਦੀ ਲਿਸਟਾਂ ਕੱਢੀਆਂ ਨੇ ਇਹ ਸਿੱਧਾ ਸਿੱਧਾ ਕਾਪੀ ਪੇਸਟ है कॉपी पेस्ट है, बड़े सारे बच्चे जो है कॉपी पेस्ट आए करते हैं। मैं ये नहीं कह रहा सारे के सारे 200 बच्चा अगर सिलेक्ट होया। एक और चीज़ मैं कहना भुल गया, 4 बच्चे का विद हेल्ड भी किया है। पहली बारी मैं रिजल्ट ਦੇ ਵਿੱਚ ਦੇਖਿਆ ਵਿਦ ਹੈਲਡ, ਇਹ ਕਿਉਂ ਕੀਤਾ ਮੈਨੂੰ ਐ ਨਹੀਂ ਸਮਝ ਲੱਗ ਮੈਨੂੰ ਆਪੂ ਨਹੀਂ ਪਤਾ ਕਿਉਂ ਕੀਤਾ ਵਿਦ ਹੈਲਡ। ਮੈਂ ਵੀ This ਪੁੱਛੇ is the ਕਰਨੀ ਆ first ਮਤਲਬ time- ਕੀ ਹੈ ਵਿਦ ਹੈਲਡ ਦਾ ਵਿਦ ਇਹਦਾ ਰਿਜ਼ਲਟ ਨਹੀਂ ਰਿਲੀਜ਼ ਕੀਤਾ ਜਾਏਗਾ ਦਾ ਕਿਹੜੇ ਬੱਚੇ ਨੇ ਮੇਰੇ ਕੋਲ ਨਹੀਂ ਐ ਨਹੀਂ ਸਮਝ ਲੱਗੇ ਕਰਦੀ ਇਹ ਮੈਂ ਮੇਰੀ ਵੀ ਇੰਨੀ ਇੰਟੈਲੀਜੈਂਸ ਜਾਂ ਮੇਰੀ ਇੰਨੀ ਇਹਦੇ ਕੋਲੋਂ ਪਹਿਲੇ ਕਦੀ JKPSC ਨੇ ਇਸ ਤਰੀਕੇ ਦਾ ਮਤਲਬ ਕੱਢਿਆ ਵਿਦ ਹੈਲਡ ਉਹ ਮੈਂ ਆਈ ਹੈਵ ਨਾਟ ਗੋਨ ਥਰੂ ਦੈਟ ਵਰਡ ਵਿਦ ਹੈਲਡ। ਐਕਚੁਅਲੀ ਵਿਦ ਹੈਲਡ ਇਸ ਤਰ੍ਹਾਂ ਵੀ ਹੋ ਸਕਦਾ ਜਿਸ ਤਰ੍ਹਾਂ ਕਿਸੇ ਬੱਚੇ ਦਾ ਮੈਟਰ ਰਿਟ ਕੋਈ ਲੱਗੀ ਹੋਏ, ਬਟ ਇਹਦੇ ਵਿੱਚ ਤੇ ਫਾਈਨਲ ਵਿਦ ਹੈਲਡ ਤੇ ਫਾਈਨਲ ਰਿਜ਼ਲਟ ਹੋਣਾ ਚਾਹੀਦਾ ਨਾ ਇੰਟਰਵਿਊ ਤੋਂ ਬਾਅਦ। ਇਹ ਤੇ ਕੱਢਣਾ ਹੀ ਚਾਹੀਦਾ ਉਹਨਾਂ ਨੇ, ਰਿਟਨ ਤੇ ਦਿੱਤੇ ਦਾ ਹੀ ਹੋਏਗਾ ਨਾ, ਰਿਟਨ ਕਲੀਅਰ ਕੀਤੇ ਦਾ ਹੋਏਗਾ ਤਾਂ ਰਿਟਨ ਦਾ ਤੇ ਰਿਜ਼ਲਟ ਆਉਣਾ ਚਾਹੀਦਾ ਸੀ। ਤੇ ਵਿਦ ਹੈਲਡ ਕਿਹੜੇ ਬੱਚੇ ਨਾ ਮੈਨੂੰ ਇਹ ਨਹੀਂ ਸਮਝ ਲੱਗੇ ਕਰਦੀ ਜਾਂ ਕੋਈ ਇਹਦੇ ਪਿੱਛੇ ਵੀ ਕੋਈ ਇਨਕੁਆਇਰੀ ਬਿਠਾਣੀ ਚਾਹੀਦੀ ਹੈ ਵਿਦ ਹੈਲਡ ਕੀ ਚੱਕਰ ਹੈ ਬਈ। ਜਦੋਂ ਮਾਮਲਾ ਤੁਹਾਡਾ ਕੋਰਟ 'ਚ ਪੁੱਛਿਆ ਤੇ ਹਾਂ। ਉਹ ਉਧਰੋਂ ਕੋਈ ਤੁਹਾਨੂੰ ਅੱਗੇ ਜਵਾਬ ਮਿਲਿਆ, ਕੁਝ ਰਿਜ਼ਲਟ ਨਿਕਲਿਆ? ਨਹੀਂ ਹਲੇ ਤੇ ਕੋਰਟ ਦੇ ਵਿੱਚ ਮੈਂ ਦੇਖੋ ਕੋਰਟ ਦਾ ਥੋੜਾ ਟਾਈਮ ਲਾਂਦਾ ਠੀਕ ਹੈ, ਕੋਰਟ ਦੇ ਵਿੱਚ ਹਲੇ ਚਲੇ ਕਰਦਾ। ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਕਿ ਹਲੇ ਐਕਸਪਰਟ ਕਮੇਟੀ ਦੀ ਜਿਹੜੀ ਹੈ ਅਸੀਂ ਰਿਪੋਰਟ ਦੇਵਾਂਗੇ ਤੁਹਾਨੂੰ, ਹਲੇ ਤੱਕ ਮੇਰੇ ਹਿਸਾਬ ਨਾਲ ਨਹੀਂ ਦਿੱਤੀ ਦੀ ਠੀਕ ਹੈ। ਐਕਚੁਅਲੀ PSC ਨੂੰ ਪਹਿਲੇ ਹੀ ਇਸ ਚੀਜ਼ ਦਾ ਮਤਲਬ ਕੈਂਡੀਡੇਟਸ ਨੇ ਦੱਸ ਦਿੱਤਾ ਦਾ ਸੀ ਕਿ ਮਤਲਬ ਇੱਧਰ ਬਹੁਤ ਬੜੀ ਵਾਇਓਲੇਸ਼ਨ ਹੋਈ ਹੈ ਪੇਪਰ ਸੈਟਿੰਗ ਵਿੱਚ, ਠੀਕ ਹੈ, ਕਿਉਂਕਿ ਜਿਹੜੇ ਮੇਜਰ ਸਾਡੇ ਪੇਪਰਸ ਹਨ ਉਹ ਇੱਕ ਹੀ ਸੋਰਸ ਤੋਂ ਆਏ ਦੇ, ਲਾਅ ਫਾਈਂਡਰ ਇੱਕ ਐਪ ਹੈ। ਠੀਕ। ਦੇਖੋ ਅਗਰ ਇੱਕ ਵੀ ਬੱਚੇ ਨੂੰ ਪਤਾ ਚੱਲ ਜਾਏ, ਜਿਸ ਵੇਲੇ JKPSC ਨੂੰ ਪਹਿਲੇ ਹੀ ਪਤਾ ਸੀ ਤੇ ਪਹਿਲੇ ਵੀ ਇੱਕ ਐਕਸ਼ਨ ਹੋ ਸਕਦਾ ਸੀ ਨਾ। ਬਿਲਕੁਲ ਐਕਸ਼ਨ ਹੋ ਸਕਦਾ ਤੇ ਅਸੀਂ ਤੇ ਕਹਿੰਦੇ ਪਏ ਹਾਂ JKPSC ਨੂੰ ਲੈਣਾ ਚਾਹੀਦਾ। JKPSC ਨੇ ਆਪੂ ਦੇਖੋ ਇੱਕ ਲਾਅ ਦੇ ਵਿੱਚ ਪ੍ਰਿੰਸੀਪਲ ਆਂਦਾ ਨੋ ਵਨ ਸ਼ੁੱਡ ਬੀ ਜੱਜ ਆਫ ਹਿਜ਼ ਓਨ ਕੇਸ। ਮੈਂ ਤੁਹਾਨੂੰ ਸਿੰਪਲ ਜੀ ਸਮਝਾਉਣਾ ਥੋੜਾ ਜਿਹਾ ਕੀ ਹੁੰਦਾ ਹੈ ਕਿ ਜਦੋਂ ਮੇਰੇ ਖਿਲਾਫ ਹੀ ਚੀਜ਼ਾਂ ਖੜੀਆਂ ਹੋ ਜਾਣ ਤੇ ਮੈਂ ਕਦੇ ਐਕਸ਼ਨ ਲਾਂਗਾ, ਸਿੱਧੀ ਗੱਲ ਹੈ। ਤਾਂ ਹੀ ਅਸੀਂ ਮੀਡੀਆ 'ਚ ਜਾਂਦੇ ਹਾਂ, ਤਾਂ ਹੀ ਅਸੀਂ ਜਿਹੜਾ ਕੋਰਟ 'ਚ ਜਾਂਦੇ ਹਾਂ। ਲਗਭਗ ਕਿੰਨੇ ਬੱਚੇ ਨੇ ਤੁਹਾਡੇ ਨਾਲ? ਅਸੀਂ ਤੇ ਤਾਂ ਹੀ ਸਾਡੇ ਬੱਚੇ ਪਿੱਛੇ ਬਹੁਤ ਨੇ, ਪਤਾ ਨਹੀਂ ਕੀ ਡਰ ਆ ਉਹਨਾਂ ਨੂੰ ਕਿ ਅੱਗੇ ਆਣਗੇ ਕਿ JKPSC ਦੇ ਨਜ਼ਰਾਂ 'ਚ ਆ ਜਾਣਗੇ ਜਾਂ ਕੁਝ ਇਸ ਤਰ੍ਹਾਂ ਹੋ ਜਾਏਗਾ ਕਿ ਕੱਲ ਨੂੰ ਸਾਡੀ ਸਿਲੈਕਸ਼ਨ 'ਚ ਅਪਰੋਕਸੀਮੇਟ ਜੰਮੂ ਕਸ਼ਮੀਰ ਤੋਂ ਟੋਟਲ ਕਿੰਨੇ ਬੱਚੇ ਨੇ ਜਿਹੜੇ ਸਹਿਮਤ ਨਹੀਂ ਨੇ ਇਸ ਰਿਜ਼ਲਟ ਤੋਂ? ਬੜੇ ਸਾਰੇ ਬੱਚੇ ਨੇ ਮੇਰੇ ਟੱਚ 'ਚ ਬੜੇ ਸਾਰੇ ਬੱਚੇ ਨੇ ਕਿ ਸਹਿਮਤ ਨਹੀਂ ਹੈ। ਮੋਰ ਦੈਨ 100 ਬਹੁਤ ਬੱਚੇ ਹਨ ਜੀ, ਅੱਛਾ। क्योंकि जो ऑलरेडी पहले पेपर्स कॉम्पिटिटिव दे चुके हैं, कुछ इंटरव्यू ड्रॉप आउट हैं, कुछ मतलब कि काफ़ी अच्छा टॉपर्स अपने बैच से गोल्ड मैडलिस्ट बच्चे जिंदे मेंस नहीं क्लियर होए। ਮੈਨੂੰ ਦੱਸੋ ਕਿੰਨੇ ਸਾਲਾਂ ਤੋਂ ਇਸ ਪੇਪਰ ਲਈ ਤੁਸੀਂ ਮਿਹਨਤ ਕਰੀ ਕਰਦੇ ਸੀ? मैम एक्चुअली जितना मैनू पता है ये 2014 ਵਿੱਚ ਵੀ ਮੈਂ ਦਿੱਤਾ ਸੀ, ਉਦੋਂ ਮੈਂ 1 ਮਾਰਕਸ ਤੋਂ ਰਹੀ ਸੀ ਮੈਮ। ਉਦੋਂ ਉਹ 11 ਸਾਲ ਬਾਅਦ ਪੋਸਟਾਂ ਨਿਕਲੀ ਸਨ 2014 ਵਿੱਚ। 13 ਵਿੱਚ ਨੋਟੀਫਿਕੇਸ਼ਨ ਆਈ ਸੀ ਤੇ 14 ਵਿੱਚ ਤੇ 15 ਵਿੱਚ ਸਭ ਕਲੀਅਰ ਰਿਜ਼ਲਟ ਫਾਈਨਲ ਰਿਜ਼ਲਟ ਹੋ ਕੇ ਰਿਟ ਸ਼ੀਟ ਲੱਗੀ ਸਨ ਤੇ ਉਸ ਤੋਂ ਬਾਅਦ ਕਲੀਅਰ ਹੋ ਕੇ 2015 ਵਿੱਚ ਇਹਨਾਂ ਦੀ ਅਪਾਇੰਟਮੈਂਟਸ ਹੋਈ ਸੀ। 2013 ਤੋਂ ਬਾਅਦ ਅੱਜ 2021 ਵਿੱਚ ਨਿਕਲੀ 7-8 ਸਾਲਾਂ ਬਾਅਦ KCS ਵੀ ਹੋਇਆ। ਉਹਦੇ ਵਿੱਚ ਵੀ ਕੋਈ ਫੇਅਰਨੈਸ ਨਹੀਂ, ਕੋਈ ਕੁਝ ਨਹੀਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹਦੇ ਵਿੱਚ ਫੇਅਰ ਇਨਕੁਆਇਰੀ ਹੋਏ ਸੋ ਦੈਟ ਕਿ ਜਸਟਿਸ ਸ਼ੁੱਡ ਪ੍ਰੀਵੇਲ। ਅਸੀਂ ਨਹੀਂ ਕਹਿੰਦੇ ਵੀ ਸਾਡੀ ਸਿਲੈਕਸ਼ਨ ਹੋਏ ਨਾ ਹੋਏ, ਦੈਟ ਇਜ਼ ਅ ਸੈਕੰਡਰੀ ਮੈਟਰ। ਤੁਸੀਂ ਚਾਹੁੰਦੇ ਹੋ ਇਨਕੁਆਇਰੀ ਹੋਣੀ ਚਾਹੀਦੀ? ਇਨਕੁਆਇਰੀ ਹੋਣੀ ਚਾਹੀਦੀ ਹੈ, ਦਾ ਟਰੁੱਥ ਮਸਟ ਕਮ ਆਊਟ, ਬਸ ਸਿੰਪਲ ਦੀ ਗੱਲ ਹੈ। ਔਰ ਮੈਮ ਇੱਧਰ ਪੇਪਰ ਸੈਟਿੰਗ ਵਿੱਚ ਬਹੁਤ ਬੜੀ ਵਾਇਓਲੇਸ਼ਨ ਹੋਈ ਹੈ। ਉਹੀ ਚੀਜ਼ ਅਸੀਂ ਪਹਿਲੇ ਵੀ ਬੋਲੀ ਹੈ ਕਿ ਇਸ ਤਰ੍ਹਾਂ UPSC ਵੀ ਜੋ ਹੈ ਇਸ ਤਰ੍ਹਾਂ ਪੇਪਰ ਸੈੱਟ ਨਹੀਂ ਕਰਦੀ ਹੈ। देयर इज़ प्रिस्क्राइब पूरा प्रोसीजर है किस तरह पेपर सैट किया जाता है, किस तरह एक्सपर्ट्स किस तरह प्रोफैसर जिन्हें को पेपर बनवाया जाता, उस तो बाद एक्सपर्ट्स को जाता है, उतों फिर वो रैंडमली क्वेश्चन चूज करके फिर वो एक पेपर सैट करते हैं। और उस चीज़ की नॉलेज जिन्होंने पेपर सैट किए दा होंदा उन्होंने भी नहीं पता होंदा कि इन्होंने केड़ा पेपर सिलेक्ट और केड़ा क्वेश्चन सिलेक्ट किया। और इत्थे ते पूरी ऐप सी बच्चों को पेपर के दौरान ही सानू नहीं ना पता उन किन्ने बच्चों को सी वो है। उन बच्चों नाल गलबात होई, उन बच्चों नूं बुलाया, उन बच्चों को पुछया, कोई इनकुआयरी हुई हले तक? देखो ये साडा काम थोड़े है, साडा काम ही नोटिस च लियाना। ਹੁਣ ਇਹ ਇਨਕੁਆਇਰੀ ਕਰਨੀ ਨਹੀਂ ਕਰਨੀ ਇਹ ਤੇ ਇੰਦਾ ਹੀ ਕੰਮ ਹੀ ਨਾ। ਹੁਣ ਇਹਨਾਂ ਨੇ ਕੰਮ ਨਹੀਂ ਕੀਤਾ ਫਿਰ ਅਸੀਂ ਕੈਟ 'ਚ ਗਏ, ਠੀਕ ਹੈ, ਤਾਂ ਤੇ ਕੈਟ 'ਚ ਗਏ ਸਾਡੇ, ਠੀਕ ਹੈ। ਅਗਰ ਹੁਣ ਕੈਟ 'ਚ ਵੀ ਅਸੀਂ ਜਾਏ ਕਰਨੇ ਆ, ਮਗਰ ਅਸੀਂ ਪਬਲਿਕ ਡੋਮੇਨ 'ਚ ਵੀ ਚੀਜ਼ਾਂ ਲਿਆਉਣੀ ਹੈ। ਅਸੀਂ ਗਵਰਨਰ ਸਾਹਿਬ ਕੋਲ ਵੀ ਰਿਕੁਐਸਟ ਕਰਨੇ ਪਿਆ ਕਿ ਕहीं ਨਾ ਕहीं ਇਹਦੇ ਵਿੱਚ ਕੋਈ ਜਿਹੜੀ ਇਹਦੇ ਰੈਗੂਲੈਰਿਟੀ ਮੰਨ ਲਓ ਇਹਦੇ ਵਿੱਚ ਕੱਲ ਕੋਈ ਸਕੈਮ ਨਿਕਲ ਜਾਂਦਾ ਹੈ ਤੇ ਪੂਰੀ ਦੀ ਪੂਰੀ ਸਕਵੈਸ਼ ਹੋ ਜਾਂਦਾ ਹੈ, मतलब ਤੁਹਾਨੂੰ ਉਹ ਠੀਕ ਹੈ, ਉਹ ਤੁਹਾਡੇ ਲਈ ਠੀਕ ਹੈ ਨਾ। ਗਲਤ ਬੰਦੇ ਆਣੇ ਤੋਂ ਚੰਗਾ ਕੁਐਸ਼ ਹੋ ਜੇ। ਇਵਨ ਕੁਝ ਬੱਚੇ ਸਿਲੈਕਟ ਹੋਏ ਦੇ ਵੀ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਹੈ ਉਹ ਵੀ ਕਹਿੰਦੇ ਨੇ ਕਿ ਇਹਦੇ ਵਿੱਚ ਹਾਂਜੀ ਨਹੀਂ ਪੇਪਰ ਨਹੀਂ, ਇਹਦੇ ਵਿੱਚ ਕੁਝ ਹੈ, ਕੁਝ ਨਾ ਕੁਝ ਫਿਸ਼ੀ ਹੈ। ਇਵਨ ਜਿਹੜੇ ਸਿਲੈਕਟ ਹੋ ਗਏ ਇਹਦੇ ਇੰਟਰਵਿਊ ਵਾਸਤੇ ਉਹ ਵੀ ਬੋਲ ਰਹੇ ਨੇ। 2-3 ਮੇਰੇ ਐਸੇ ਬੱਚਿਆਂ ਨਾਲ ਗੱਲ ਹੋਈ ਜੋ ਮੇਰੇ ਉਹਦੇ ਵਿੱਚ ਹਨ ਕੰਟੈਕਟ ਵਿੱਚ, ਉਹਨਾਂ ਨੇ ਬੋਲਿਆ ਕਿ ਨਹੀਂ ਕੁਝ ਨਾ ਕੁਝ ਮਤਲਬ ਇਧਰ ਹੈ। ਆਖਿਰ ਚ ਐਡਮਿਨਿਸਟ੍ਰੇਸ਼ਨ ਤੋਂ क्यों उम्मीद लाना? मैं उम्मीद है लाना चाहना कि एक गवर्नर साहब को भी अपील है
ਕਿ ਇੱਕ ਇਨਵੈਸਟੀਗੇਸ਼ਨ ਏਜੰਸੀ ਬਣਾਈ ਜਾਏ, ਫੇਅਰ ਬਣਾਈ ਜਾਏ, FA ਦੇ ਵਿੱਚ ਅਸੀਂ ਐਪਰੀਸ਼ੀਏਟ ਕਰਨੇ ਆ ਜੇ SI ਦੇ ਵਿੱਚ ਬਣਾਈ ਗਈ, ਜਿਨ੍ਹਾਂ ਦੇ ਥਰੂ ਜਿਹੜਾ ਸਕੈਮ ਬਾਹਰ ਆਇਆ। ਇਹਦੇ ਵਿੱਚ ਵੀ ਜਿਹੜੀ ਇੱਕ ਫੇਅਰ ਇਨਕੁਆਇਰੀ ਹੋਣੀ ਚਾਹੀਦੀ ਹੈ। ਅਸੀਂ ਨਹੀਂ ਕਹਿੰਦੇ ਵੀ ਸਕੈਮ ਹੈ ਜਾਂ ਨਹੀਂ ਹੈ, ਅਸੀਂ ਕਹਿੰਦੇ ਪਏ ਹਾਂ ਇੱਕ ਇਨਕੁਆਇਰੀ ਹੋਣੀ ਚਾਹੀਦੀ ਹੈ। ਉਸ ਇਨਕੁਆਇਰੀ ਦੇ ਵਿੱਚ ਜੋ ਉਹ ਪਾਇਆ ਜਾਏ, ਫੇਅਰ ਇਨਕੁਆਇਰੀ ਦੇ ਵਿੱਚ ਵੀ ਵਿਲ ਅਸੈਪਟ ਦਾ ਰਿਜ਼ਲਟ। इतना बड़ा एक गैजेटेड पोस्ट है, प्रोसिक्यूटिंग ऑफिसर, ਬਿਲਕੁਲ ਇਹ ਝਾਕੀ ਵਾਲੀ ਗੱਲ ਹੈ ਕਿ PSC जो भी कंडक्ट करवाती है सब ਤੁਹਾਨੂੰ ਪਤਾ ਗੈजेटेड पोस्ट ਵਾਸਤੇ ਹੀ ਉਹ ਰਿਕਰੂਟਮੈਂਟ ਕਰਵਾਉਂਦੀ ਹੈ। ਔਰ ਤੁਸੀਂ ਇਤਨੀ ਬੜੀ ਪੋਸਟ ਵਾਸਤੇ ਇੱਕ ਤੇ ਨਾਲੋਂ ਨਾਲ JKPSC ਨੂੰ ਪਹਿਲੇ ਵੀ ਪਤਾ ਸੀ। ਬਿਲਕੁਲ ਬਿਲਕੁਲ देयर शुड बी एप्लीकेशन ऑफ माइंड, देयर शुड बी सम इंटेलिजेंस कि ਤੁਸੀਂ ਆਪਣੇ ਉਹਦੇ ਉੱਪਰ ਕਰਕੇ ਪੂਰਾ ਕਰਕੇ ਸਾਰਾ ਸਰਵੇ ਕਰਕੇ ਕੁਝ ਰਿਸਰਚ ਕਰਕੇ ਪੇਪਰ ਪਾਣਾ ਚਾਹੀਦਾ ਨਹੀਂ ਕਿ ਇਧਰੋਂ ਕਾਪੀ ਐਂਡ ਪੇਸਟ ਕਰ ਦਿੱਤਾ। ਤੇ ਤੁਸੀਂ ਸੁਣ ਲਿਆ, ਬੱਚਿਆਂ ਦਾ ਕਹਿਣਾ ਹੈ ਕਿ JKPSC ਨੂੰ ਪਤਾ ਸੀ ਕਿ ਪੇਪਰ ਜਿਹੜਾ ਹੈ ਉਹ ਪਾਰਟਿਕੂਲਰ ਇੱਕ ਸਾਈਟ ਤੋਂ ਜਿਹੜਾ ਹੈ ਉਹ ਪੂਰਾ ਕਾਪੀ ਪੇਸਟ ਕਰਕੇ ਜਿਹੜਾ ਹੈ ਉਹ ਦਿੱਤੇ ਰਹੇ, ਪਰ ਉਸ ਤੋਂ ਬਾਅਦ ਵੀ JKPSC ਨੇ ਕੋਈ ਐਕਸ਼ਨ ਇਸ ਗੱਲ ਦੇ ਉੱਪਰ ਨਹੀਂ ਲਿਆ। ਅਸੀਂ ਪਹਿਲੇ ਵੀ ਇੱਕ ਵੀਡੀਓ ਕੀਤੀ ਸੀ, ਬੱਚਿਆਂ ਨੇ ਸਾਹਮਣੇ ਆ ਕੇ JKPSC ਦੇ ਦਫ਼ਤਰ ਦੇ ਬਾਹਰ ਇਹ ਗੱਲ ਕਹੀ ਸੀ ਕਿ ਪੂਰਾ ਕੁਐਸਚਨ ਪੇਪਰ ਇੱਕ ਪਾਰਟਿਕੂਲਰ ਸਾਈਟ ਜਿਹਦਾ ਨਾਮ ਲਾਅ ਫਾਈਂਡਰ ਹੈ ਉਹਦੇ ਵਿੱਚੋਂ ਜਿਹੜੇ ਆ ਉਹ ਪੇਪਰ ਲਿਆਂਦੇ ਗਏ ਨੇ। ਮਤਲਬ ਇੱਕ ਹੁੰਦੀ ਨਕਲ, ਉਹ ਨਕਲ ਜਿਹੜੀ ਆ ਉਹ ਪੂਰੀ ਮਤਲਬ ਕਹਿੰਦੇ ਨਾ ਨਕਲ ਦੇ ਲਈ ਅਕਲ ਵੀ ਜ਼ਰੂਰੀ ਹੁੰਦੀ ਹੈ। ਉਹ ਪੂਰੇ ਸੇਮ ਜਿਹੜੇ ਸਵਾਲ ਸੀ ਉਹ ਸਾਰੇ ਛਾਪੇ ਰਹੇ ਸੀ। ਉਹਦੇ ਬਾਅਦ ਜਦ JKPSC ਨੇ ਇਹਦੇ ਉੱਪਰ ਕੋਈ ਐਕਸ਼ਨ ਜਿਹੜਾ ਉਹ ਨਹੀਂ ਲਿਆ ਤੇ ਬੱਚੇ ਮਜਬੂਰ ਹੋ ਕੇ ਕੈਟ ਕੋਲ ਗਏ। ਹੁਣ ਜਿਹੜਾ ਮੈਟਰ ਹੈ ਉਹ ਸਬਜੂਡਾਈਜ਼ ਜਿੱਦਾਂ ਇਹਨਾਂ ਨੇ ਕਿਹਾ, ਉਮੀਦ ਹੈ ਐਡਮਿਨਿਸਟ੍ਰੇਸ਼ਨ ਤੋਂ ਇਹੋ ਲਾ ਕੇ ਬੈਠੇ ਨੇ ਕਿ ਜਿੱਦਾਂ ਤੁਸੀਂ SI ਦਾ ਮਸਲਾ ਹੱਲ ਕੀਤਾ, ਜਿਸ ਤਰ੍ਹਾਂ ਤੁਸੀਂ FA ਦਾ ਮਸਲਾ ਹੱਲ ਕੀਤਾ, ਬਾਕੀ ਜਿੰਨੇ ਵੀ ਐਗਜ਼ਾਮਸ ਨੇ ਜਿੱਦਾਂ ਤੁਸੀਂ ਉਹਦੇ ਉੱਪਰ ਇਨਕੁਆਇਰੀ ਬਿਠਾਈ ਤੇ ਪਤਾ ਲਗਾਇਆ ਕਿ ਕਲਪ੍ਰਿਟਸ ਕੌਣ ਨੇ। ਇੱਦਾਂ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਜਿਹੜਾ ਪ੍ਰੋਸੀਕਿਊਟਿੰਗ ਆਫਿਸਰ ਦਾ ਜਿਹੜਾ ਪੇਪਰ ਹੋਇਆ ਪਤਾ ਲਗਾਇਆ ਜਾਏ ਕਿ ਆਖਿਰਕਾਰ ਕਲਪ੍ਰਿਟਸ ਕੌਣ ਨੇ, ਪ੍ਰੋਬਲਮ ਕਿੱਥੇ ਹੋਈ ਹੈ, ਕੌਣ ਇਹਦੇ ਵਿੱਚ ਇਨਵੋਲਵ ਹੈ, ਤਾਂ ਕਿ ਇੱਕ ਫੇਅਰ ਮੈਨਰ 'ਚ ਜਿਹੜਾ ਹੈ ਉਹ ਰਿਜ਼ਲਟ ਜਿਹੜਾ ਉਹ ਨਿਕਲ ਕੇ ਆਏ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇੰਟਰਵਿਊ ਦੀ ਜਿਹੜੀ ਡੇਟ ਹੈ ਉਹ ਕੱਢ ਦਿੱਤੀ ਗਈ ਹੈ, ਮਸਲਾ ਹੱਲੇ ਹੀ ਕੋਰਟ 'ਚ ਹੈ, ਫਿਰ ਵੀ ਜਿਹੜੀ ਇੰਟਰਵਿਊ ਦੀ ਡੇਟ ਹੈ ਉਹ ਆ ਗਈ ਤੇ ਬੱਚੇ ਇਹੋ ਉਮੀਦ ਕਰਦੇ ਨੇ ਫਿਲਹਾਲ ਇੰਟਰਵਿਊ ਦੀ ਡੇਟ ਜਿਹੜੀ ਹੈ ਉਹ ਇੰਟਰਵਿਊ ਜਿਹੜਾ ਹੈ ਉਹ ਹੱਲੇ ਨਹੀਂ ਹੋਣਾ ਚਾਹੀਦਾ। ਪਹਿਲੇ ਇਸ ਮਾਮਲੇ ਦੇ ਉੱਪਰ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ। LG ਐਡਮਿਨਿਸਟ੍ਰੇਸ਼ਨ ਤੋਂ ਉਮੀਦ ਲਾ ਕੇ ਬੈਠੇ ਨੇ ਕਿ ਜਿੱਦਾਂ ਤੁਸੀਂ ਸਾਰਿਆਂ ਦਾ ਮਸਲਾ ਹੱਲ ਕੀਤਾ ਹੈ, ਸਾਡੇ ਪੇਪਰ ਬਾਰੇ ਵੀ ਸੋਚੋ ਤਾਂ ਕਿ ਇੱਕ ਫੇਅਰ ਮੈਨਰ 'ਚ ਜਿਹੜੀ ਅਸੀਂ ਮਿਹਨਤਾਂ ਕੀਤੀ ਰਹੀਆਂ ਨੇ ਉਹ ਮਿਹਨਤਾਂ ਬੇਕਾਰ ਨਾ ਜਾਣ।